Hello and welcome back on my YouTube channel. My name is Harpreet Singh and you are watching Commerce EduTech. Today I am going to deliver a new lecture from Plus One Business Studies and the topic is Classification of Business Activities. ਦੇਖੋ ਹੁਣ ਤੱਕ ਅਸੀਂ ਬਿਜ਼ਨਸ ਦੇ ਬਾਰੇ ਸਟੱਡੀ ਕਰ ਚੁੱਕੇ ਹਾਂ, ਬਿਜ਼ਨਸ ਦੇ ਫੀਚਰਸ ਦੀ ਸਟੱਡੀ ਕਰ ਚੁੱਕੇ ਹਾਂ। ਅੱਜ ਸਾਡਾ ਟੌਪਿਕ ਹੈ ਬਿਜ਼ਨਸ ਐਕਟੀਵਿਟੀਜ਼ ਦੀ ਕਲਾਸੀਫਿਕੇਸ਼ਨ ਕਰਨੀ ਕਿ ਬਿਜ਼ਨਸ ਐਕਟੀਵਿਟੀਜ਼ ਕਿੰਨੀ ਤਰ੍ਹਾਂ ਦੀਆਂ ਹੁੰਦੀਆਂ ਨੇ। ਸੋ ਲੈਟਸ ਸਟਾਰਟ ਆ ਟੌਪਿਕ ਕਲਾਸੀਫਿਕੇਸ਼ਨ ਆਫ ਬਿਜ਼ਨਸ ਐਕਟੀਵਿਟੀਜ਼ ਦੇ ਰਿਗਾਰਡਿੰਗ ਕੁਛ ਇੰਟਰੋਡਕਸ਼ਨ ਕਰੀਏ। ਆਲ ਕਾइंड ऑफ ਇਕਨੋਮਿਕ ਐਕਟੀਵਿਟੀਜ਼। ਦੇਖੋ ਬਿਜ਼ਨਸ ਜਿਹੜਾ ਹੈ ਉਹ ਇੱਕ ਇਕਨੋਮਿਕ ਐਕਟੀਵਿਟੀ ਦਾ ਪਾਰਟ ਹੈ, ਉਸ ਦੀ ਹੀ ਇੱਕ ਟਾਈਪ ਹੈ। ਸੋ ਬਿਜ਼ਨਸ ਦੇ ਅੰਦਰ ਵੀ ਕੁਛ ਇਕਨੋਮਿਕ ਅਤੇ ਨੋਨ ਇਕਨੋਮਿਕ ਐਕਟੀਵਿਟੀਜ਼ ਚੱਲਦੀਆਂ ਨੇ। ਦੇਖੋ ਨੋਨ ਇਕਨੋਮਿਕ ਐਕਟੀਵਿਟੀ ਕਿਹੜੀ ਹੋ ਸਕਦੀ ਹੈ, ਲਾਈਕ ਓਨੈਸਟੀ ਹੋ ਸਕਦੀ ਹੈ। ਉਹਦੇ ਰਿਗਾਰਡਿੰਗ ਤੁਸੀਂ ਹੈ ਨਾ ਕਿਸੇ ਦੀ ਓਨੈਸਟੀ ਨੂੰ ਅਸੀਂ ਸ਼ਾਬਾਸ਼ ਦਿੰਦੇ ਹਾਂ ਜਾਂ ਓਨੈਸਟੀ ਨੂੰ ਹੋਰ ਜ਼ਿਆਦਾ ਵਧਾਉਣ ਦੇ ਲਈ ਅਸੀਂ ਕੋਈ ਐਕਟੀਵਿਟੀ ਕਰਦੇ ਹਾਂ, ਦੈਟ ਇਜ਼ ਨਾਟ ਇਕਨੋਮਿਕ ਐਕਟੀਵਿਟੀ। ਸੋ ਬਿਜ਼ਨਸ ਦੇ ਅੰਦਰ ਵੀ ਜਿੰਨੀਆਂ ਵੀ ਇਕਨੋਮਿਕ ਐਕਟੀਵਿਟੀਜ਼ ਅਸੀਂ ਪਰਫੋਰਮ ਕਰਦੇ ਹਾਂ ਉਸ ਨੂੰ ਅਸੀਂ ਦੋ ਕੈਟਾਗਰੀ ਦੇ ਅੰਦਰ ਜਿਹੜਾ ਹੈ ਡਿਵਾਈਡ ਕੀਤਾ। ਹੁਣ ਕਿਹੜੀਆਂ ਕਿਹੜੀਆਂ ਪਾਰਟਸ ਨੇ ਉਹ, ਇੰਡਸਟਰੀ ਤੇ ਕਾਮਰਸ। ਬਿਜ਼ਨਸ ਐਕਟੀਵਿਟੀਜ਼ ਆਰ ਕਲਾਸੀਫਾਈਡ ਇਨਟੂ ਟੂ ਕੈਟਾਗਰੀ। ਦੇਖੋ ਸਟਾਰਟਅਪ ਆਪਾਂ ਕਿੱਥੋਂ ਲਿਆ ਸੀ ਕਿ ਆਲ ਕਾइंड ऑफ ਇਕਨੋਮਿਕ ਐਕਟੀਵਿਟੀਜ਼ ਪਰਫਾਰਮਡ ਬਾਏ ਐਨੀ ਕਾइंड ऑफ ਬਿਜ਼ਨਸ ਟੂ ਅਰਨ ਪ੍ਰੋਫਿਟ ਆਰ ਨੋਨ ਐਜ਼ ਬਿਜ਼ਨਸ ਐਕਟੀਵਿਟੀਜ਼। ਹੁਣ ਅਸੀਂ ਬਿਜ਼ਨਸ ਤਾਂ ਚਲਾਉਣਾ ਹੈ, ਬਿਜ਼ਨਸ ਅਸੀਂ ਕਿਸ ਚੀਜ਼ ਦਾ ਕਰਨਾ ਹੈ ਸੋ ਦੈਟ ਕਿ ਸਾਨੂੰ ਜਿਹੜਾ ਪ੍ਰੋਫਿਟ ਹੈ ਉਹ ਆਵੇ। ਉਹਦੇ ਲਈ ਹੀ ਸਾਡਾ ਇਹ ਅਗਲਾ ਜਿਹੜਾ ਪਾਰਟ ਹੈ ਕਿ ਬਿਜ਼ਨਸ ਐਕਟੀਵਿਟੀ ਦੋ ਤਰ੍ਹਾਂ ਦੀ ਹੋ ਸਕਦੀ ਹੈ ਜਿਹਦੇ ਨਾਲ ਅਸੀਂ ਪੈਸਾ ਅਰਨ ਕਰ ਸਕਦੇ ਹਾਂ। ਉਹ ਕਿਹੜੀ ਕਿਹੜੀ ਹੋ ਸਕਦੀ ਹੈ, ਜਾਂ ਤਾਂ ਅਸੀਂ ਇੰਡਸਟਰੀ ਲਗਾ ਲਈਏ ਜਾਂ ਅਸੀਂ ਕਮਰਸ਼ੀਅਲ ਬਿਜ਼ਨਸ ਕਰ ਦਈਏ ਜਿਹਨੂੰ ਅਸੀਂ ਕਾਮਰਸ ਵੀ ਕਹਿ ਦਿੰਦੇ ਹਾਂ। ਹੁਣ ਇਹ ਦੋਨਾਂ 'ਚ ਕੀ ਫ਼ਰਕ ਹੈ? ਸਾਡਾ ਅੱਜ ਦਾ ਜਿਹੜਾ ਟੌਪਿਕ ਹੈ ਜਿਸ ਨੂੰ ਅਸੀਂ ਅੱਜ ਕਵਰ ਕਰਨਾ ਦੈਟ ਇਜ਼ ਇੰਡਸਟਰੀ। ਕਾਮਰਸ ਅਸੀਂ ਨੈਕਸਟ ਲੈਕਚਰ ਦੇ ਅੰਦਰ ਕਵਰ ਕਰਾਂਗੇ। ਕਾਮਰਸ ਕੀ ਹੈ, ਕਾਮਰਸ ਵੀ ਕਾਫੀ ਵਾਈਡ ਹੈ ਇਸ ਦਾ ਵੀ ਜੋ ਸਬਜੈਕਟ ਮੈਟਰ ਹੈ। ਅੱਜ ਅਸੀਂ ਇੰਡਸਟਰੀ ਨੂੰ ਕਵਰ ਕਰਾਂਗੇ। ਇੰਡਸਟਰੀ ਕੀ ਹੁੰਦੀ ਹੈ? ਸੋ ਇੰਡਸਟਰੀ ਰੈਫਰਸ ਟੂ ਐਨ ਐਕਟੀਵਿਟੀ ਵਿਚ ਕੰਸਰਨਡ ਵਿਦ ਕਨਵਰਜ਼ਨ ਆਫ ਰॉ ਮਟੀਰੀਅਲ ਇਨਟੂ ਫਿਨਿਸ਼ਡ ਗੁੱਡਸ। ਇੰਡਸਟਰੀ ਜਿਹੜੀ ਹੈ ਪ੍ਰਾਈਮਰਲੀ ਇਹ ਕੰਸਰਨਡ ਵਿਦ ਕਨਵਰਜ਼ਨ ਆਫ ਰॉ ਮਟੀਰੀਅਲ ਇਨਟੂ ਫਿਨਿਸ਼ਡ ਸਟਾਕ। ਮਤਲਬ ਕਿ ਮੈਨੂਫੈਕਚਰਿੰਗ ਦਾ ਕੰਮ ਕਰਨਾ ਸੀ ਇਸ ਦੇ ਅੰਦਰ ਕਿ ਰॉ ਮਟੀਰੀਅਲ ਲਿਆ ਕੇ ਉਸ ਤੋਂ ਅਸੀਂ ਸਮਾਨ ਜਿਹੜਾ ਹੈ ਤਿਆਰ ਕਰਨਾ। ਹੁਣ ਜੋ ਅਸੀਂ ਸਮਾਨ ਤਿਆਰ ਕਰਾਂਗੇ ਦੈਟ ਮੇ ਬੀ ਕੰਜ਼ਿਊਮਰ ਗੁੱਡਸ ਵੀ ਹੋ ਸਕਦੀਆਂ ਉਹ ਵਿਚ ਆਰ ਯੂਜ਼ਡ ਬਾਏ ਕੰਜ਼ਿਊਮਰ ਫॉर ਡਾਇਰੈਕਟ ਕੰਜ਼ੰਪਸ਼ਨ। ਜਿਹੜੀ ਚੀਜ਼ ਨਾਲ ਅਸੀਂ ਆਪਣੀ ਨੀਡ ਨੂੰ ਸੈਟਿਸਫਾਈ ਕਰਦੇ ਹਾਂ ਔਰ ਸਾਡੀ ਡਾਇਰੈਕਟ ਕੰਜ਼ੰਪਸ਼ਨ ਦੇ ਲਈ ਜਿਹੜੀ ਚੀਜ਼ ਯੂਜ਼ ਹੁੰਦੀ ਹੈ। ਜਾਂ ਅਸੀਂ ਇਹ ਕਹਿ ਦਈਏ ਕਿ ਉਹ ਚੀਜ਼ਾਂ ਪ੍ਰੋਡਿਊਸਰ ਗੁੱਡਸ ਵੀ ਹੋ ਸਕਦੀਆਂ ਨੇ ਵਿਚ ਆਰ ਯੂਜ਼ਡ ਟੂ ਫਰਦਰ ਪ੍ਰੋਡਕਸ਼ਨ ਆਫ ਗੁੱਡਸ ਲਾਈਕ ਮਸ਼ੀਨਰੀ, ਜਿਸ ਨੂੰ ਕਿ ਪ੍ਰੋਡਿਊਸਰ ਹੀ ਯੂਜ਼ ਕਰਨਗੇ, ਬਿਜ਼ਨਸਮੈਨ ਹੀ ਯੂਜ਼ ਕਰੂਗਾ। ਠੀਕ ਹੈ, ਸਮਾਨ ਨੂੰ ਪ੍ਰੋਡਿਊਸ ਕਰਨ ਵਾਸਤੇ ਲਾਈਕ ਮਸ਼ੀਨਰੀ। ਅਸੀਂ ਇਸ ਦੀ ਇੱਕ ਐਗਜ਼ਾਮਪਲ ਦੇਖੀ। ਹੁਣ ਜੋ ਇੰਡਸਟਰੀ ਹੈ ਦੇਖੋ ਇੱਥੋਂ ਇਸ ਡੈਫੀਨੇਸ਼ਨ ਇਸ ਮੀਨਿੰਗ ਤੋਂ ਸਾਨੂੰ ਇਹ ਪਤਾ ਲੱਗ ਜਾਂਦਾ ਕਿ ਇੰਡਸਟਰੀ ਹੈ ਕਿ ਇੰਡਸਟਰੀ ਦੇ ਵਿੱਚ ਅਸੀਂ ਪ੍ਰੋਸੈਸਿੰਗ ਕਰਦੇ ਹਾਂ ਰॉ ਮਟੀਰੀਅਲ ਤੋਂ ਅਸੀਂ ਫਿਨਿਸ਼ਡ ਸਟਾਕ ਜਿਹੜਾ ਹੈ ਮੇਨਟੇਨ ਕਰਦੇ ਹਾਂ, ਬਣਾਉਂਦੇ ਹਾਂ, ਪ੍ਰੋਡਿਊਸ ਕਰਦੇ ਹਾਂ। ਹੁਣ ਇੱਥੋਂ ਸਾਨੂੰ ਇਹ ਵੀ ਪਤਾ ਲੱਗਦਾ ਹੈ ਕਿ ਸਮਾਨ ਅਗਰ ਬਣਾਉਣਾ ਹੈ ਤਾਂ ਇਹਦੇ ਅੰਦਰ ਲੋਟ ਆਫ ਇਨਵੈਸਟਮੈਂਟ ਦੀ ਜ਼ਰੂਰਤ ਹੈ, ਬਿਲਡਿੰਗ, ਮਸ਼ੀਨ, ਪਲਾਂਟ, ਸਾਨੂੰ ਇਹ ਸਾਰਾ ਕੁਝ ਕਰਨਾ ਪਊਗਾ। ਔਰ ਅਗਰ ਅਸੀਂ ਇਹ ਦੇਖੀਏ ਕਿ ਇਹ ਸਾਰਾ ਕੁਛ ਕਰਨ ਦੇ ਲਈ ਅਸੀਂ ਦੋ ਚੀਜ਼ਾਂ ਤਿਆਰ ਕਰ ਸਕਦੇ ਹਾਂ, ਜਾਂ ਤਾਂ ਅਸੀਂ ਡਾਇਰੈਕਟ ਕੰਜ਼ਿਊਮਰ ਦੇ ਲਈ ਗੁੱਡਸ ਤਿਆਰ ਕਰਨੀਆਂ ਨੇ ਜਾਂ ਅਸੀਂ ਜਿਹੜਾ ਹੈ ਪ੍ਰੋਡਿਊਸਰ ਗੁੱਡਸ ਤਿਆਰ ਕਰਨੀਆਂ। ਅਗਰ ਕੰਜ਼ਿਊਮਰ ਗੁੱਡਸ ਤਿਆਰ ਕਰਾਂਗੇ ਤਾਂ ਡਾਇਰੈਕਟ ਅਸੀਂ ਕੰਜ਼ਿਊਮਰ ਦੇ ਨਾਲ ਜਿਹੜਾ ਹੈ ਡੀਲ ਕਰਾਂਗੇ। ਅਗਰ ਅਸੀਂ ਪ੍ਰੋਡਿਊਸਰ ਗੁੱਡਸ ਤਿਆਰ ਕਰਾਂਗੇ ਤਾਂ ਸਾਡਾ ਜਿਹੜਾ ਡੀਲਿੰਗ ਹੋਊਗੀ ਉਹ ਸਿਰਫ ਬਿਜ਼ਨਸ ਹਾਊਸਿਸ ਦੇ ਨਾਲ ਹੋਊਗੀ, ਡਾਇਰੈਕਟ ਕੰਜ਼ਿਊਮਰ ਦੇ ਨਾਲ ਨਹੀਂ ਹੋਊਗੀ। ਹੁਣ ਜੋ ਇੰਡਸਟਰੀਜ਼ ਹੈ ਇਸ ਨੂੰ ਫਰਦਰ 3 ਕੈਟਾਗਰੀਜ਼ ਦੇ ਅੰਦਰ ਜਿਹੜਾ ਹੈ ਡਿਵਾਈਡ ਕੀਤਾ ਗਿਆ। ਫਸਟ ਇਜ਼ ਪ੍ਰਾਇਮਰੀ ਇੰਡਸਟਰੀ, ਸੈਕੰਡ ਇਜ਼ ਇੰਡਸਟਰੀ ਪ੍ਰਾਇਮਰੀ ਇੰਡਸਟਰੀ, ਸੈਕੰਡਰੀ ਇੰਡਸਟਰੀ ਐਂਡ ਟੈਰੀਟਰੀ ਇੰਡਸਟਰੀ। 3 ਪਾਰਟਸ ਦੇ ਅੰਦਰ ਇਸ ਨੂੰ ਡਿਵਾਈਡ ਕੀਤਾ ਗਿਆ। ਸੋ ਐਕਸਪਲੇਨੇਸ਼ਨ ਸਟਾਰਟ ਕਰਦੇ ਹਾਂ ਆਪਾਂ ਇਸ ਦੀ। ਪ੍ਰਾਇਮਰੀ ਇੰਡਸਟਰੀ ਕੀ ਹੁੰਦੀ ਹੈ?
Primary industry is a type of industry which is concerned with the extraction, producing, processing of natural resources and reproduction of living species। ਹੁਣ ਦੇਖੋ ਇਸ ਨੂੰ ਅਸੀਂ ਕਿਸ ਚੀਜ਼ ਨਾਲ ਐਕਸਪਲੇਨ ਕਰਦੇ ਹਾਂ, ਐਕਸਟ੍ਰੈਕਸ਼ਨ ਮਤਲਬ ਅਸੀਂ ਕੋਈ ਚੀਜ਼ ਨੂੰ ਕੱਢਣਾ ਹੈ। ਕਿੱਥੋਂ ਕੱਢਾਂਗੇ ਅਸੀਂ? ਧਰਤੀ ਦੇ ਅੰਦਰੋਂ ਅਸੀਂ ਕਿਸੇ ਚੀਜ਼ ਨੂੰ ਬਾਹਰ ਕੱਢਣਾ ਹੈ। ਅਸੀਂ ਕੋਈ ਚੀਜ਼ ਪ੍ਰੋਡਿਊਸ ਕਰਨੀ ਹੈ, ਅਸੀਂ ਪ੍ਰੋਸੈਸ ਕਰਾਂਗੇ ਉਹਨਾਂ ਨੈਚੁਰਲ ਰਿਸੋਰਸਿਸ ਨੂੰ ਜਿਹੜੇ ਕਿ ਸਾਨੂੰ ਨੇਚਰ ਤੋਂ ਪ੍ਰੋਵਾਈਡ ਹੁੰਦੇ ਆ, ਜਾਂ ਅਸੀਂ ਰੀਪਰੋਡਕਸ਼ਨ ਕਰਨੀ ਹੈ ਲਿਵਿੰਗ ਸਪੀਸ਼ੀਜ਼ ਦੀ। ਲਾਈਕ ਜਾਨਵਰ ਵੀ ਇਸ ਦੇ ਅੰਦਰ ਆ ਜਾਂਦੇ ਆ, ਪੌਦੇ ਵੀ ਇਸ ਦੇ ਅੰਦਰ ਆ ਜਾਂਦੇ ਆ। ਅਸੀਂ ਉਹਨਾਂ ਦੀਆਂ ਨਸਲਾਂ ਨੂੰ ਰੀਪਰੋਡਿਊਸ ਕਰਨਾ ਹੈ, ਮਤਲਬ ਉਸ ਤੋਂ ਅਸੀਂ ਹਾਈਬ੍ਰਿਡ ਜਿਹੜੀ ਹੈ ਅੱਗੇ ਨਸਲ ਤਿਆਰ ਕਰਨੀ ਹੈ। ਸੋ ਇਹ ਚੀਜ਼ਾਂ ਸਾਡੀ ਜਿਹੜੀ ਹੈ ਪ੍ਰਾਇਮਰੀ ਇੰਡਸਟਰੀ ਦੇ ਅੰਦਰ ਆਉਂਦੀਆਂ, ਇਸ ਦੀ ਸਟੱਡੀ ਦੇ ਅੰਦਰ ਆਉਂਦੀਆਂ। ਹੁਣ ਜੋ ਪ੍ਰਾਇਮਰੀ ਇੰਡਸਟਰੀ ਹੈ ਉਸ ਨੂੰ ਫਰਦਰ ਅੱਗੇ ਦੋ ਪਾਰਟ ਦੇ ਵਿੱਚ ਵੰਡਿਆ ਗਿਆ। ਜਿਵੇਂ ਕਿ ਅਸੀਂ ਉੱਪਰ ਮੀਨਿੰਗ 'ਚ ਦੇਖਿਆ ਕਿ ਇੱਕ ਪਾਸੇ ਅਸੀਂ ਕੋਈ ਚੀਜ਼ ਧਰਤੀ 'ਚੋਂ ਐਕਸਟਰੈਕਟ ਕਰਦੇ ਹਾਂ ਔਰ ਕਿਤੇ ਨਾ ਕਿਤੇ ਜਾ ਕੇ ਅਸੀਂ ਜਿਹੜਾ ਹੈ ਲਿਵਿੰਗ ਸਪੀਸ਼ੀਜ਼ ਦੇ ਨਾਲ ਵੀ ਜੁੜੇ ਹੋਏ ਹਾਂ। ਸੋ ਇਸੇ ਤਰੀਕੇ ਨਾਲ ਇਸ ਨੂੰ ਦੋ ਪਾਰਟ ਦੇ ਅੰਦਰ ਵੰਡਿਆ ਗਿਆ, ਦੈਟ ਇਜ਼ ਜੈਨੇਟਿਕ ਇੰਡਸਟਰੀ ਐਂਡ ਐਕਸਟਰੈਕਟਿਵ ਇੰਡਸਟਰੀ। ਜੈਨੇਟਿਕ ਇੰਡਸਟਰੀ ਜਿਹੜੀ ਹੈ ਇਸ ਦਾ ਬੇਸ ਵਰਕ ਕੀ ਹੈ ਕਿ ਇਸ ਨੇ ਵਿਦ ਰੀਪਰੋਡਕਸ਼ਨ ਕਰਨੀ ਹੈ, ਕਿਸ ਚੀਜ਼ ਦੀ? ਮਲਟੀਪਲਾਈ ਕਰਨਾ ਹੈ ਉਸ ਲਿਵਿੰਗ ਸਪੀਸ਼ੀਜ਼ ਨੂੰ, ਲਾਈਕ ਐਨੀਮਲ, ਪਲਾਂਟਸ, ਵਿਦ ਦਾ ਓਬਜੈਕਟ ਆਫ ਅਰਨਿੰਗ ਪ੍ਰੋਫਿਟ। ਹੁਣ ਦੇਖੋ ਇਹ ਚੀਜ਼ ਕਿੱਥੇ ਕਿੱਥੇ ਚੱਲਦੀ ਆ ਸਾਡੀ, ਅਸੀਂ ਆਲੇ ਦੁਆਲੇ ਥੋੜ੍ਹਾ ਧਿਆਨ ਦੇਖੀਏ ਤਾਂ ਇਹ ਨਰਸਰੀਜ਼ ਦੇ ਵਿੱਚ ਚੱਲਦੀ ਹੈ, ਜਿੱਥੇ ਕਿ ਪੇੜ ਪੌਦਿਆਂ ਨੂੰ ਜਿਹੜਾ ਹੈ ਹਾਈਬ੍ਰਿਡ ਤਰੀਕੇ ਨਾਲ ਤਿਆਰ ਕੀਤਾ ਜਾਂਦਾ, ਨਸਲ ਉਹਨਾਂ ਦੀ ਹੋਰ ਤਰੀਕੇ ਨਾਲ ਤਿਆਰ ਕੀਤੀ ਜਾਂਦੀ ਹੈ। ਪੁਰਾਣੀ ਨਸਲ ਤੋਂ ਅਸੀਂ ਹੋਰ ਇੰਪਰੂਵਡ ਵੇ ਦੇ ਨਾਲ ਜਿਹੜਾ ਹੈ ਨਿਊ ਜੈਨੇਟਿਕਸ ਉਸ ਨੂੰ ਤਿਆਰ ਕਰ ਦਿੰਦੇ ਹਾਂ। ਜਾਂ ਅਸੀਂ ਪੋਲਟਰੀ ਫਾਰਮਸ ਦੇ ਵਿੱਚ ਦੇਖ ਸਕਦੇ ਹਾਂ, ਜਿੱਥੇ ਕਿ ਉਹਨਾਂ ਨੇ ਜਿਹੜਾ ਹੈ ਪੋਲਟਰੀ ਫਾਰਮ ਦੇ ਵਿੱਚ ਜਾਨਵਰ ਰੱਖੇ ਹੋਏ ਆ ਅਤੇ ਉਹਨਾਂ ਤੋਂ ਨਵੀਆਂ ਨਵੀਆਂ ਸਪੀਸ਼ੀਜ਼ ਜਿਹੜੀਆਂ ਨੇ ਉਹ ਤਿਆਰ ਕਰ ਰਹੇ ਆ। ਸੋ ਇਹ ਸਾਡਾ ਹੈ ਜੈਨੇਟਿਕ ਇੰਡਸਟਰੀ, ਜੋ ਬੇਸਿਕਲੀ ਜੀਨਸ ਦੇ ਨਾਲ ਰਿਲੇਟਡ ਹੈ, ਜੈਨੇਟਿਕਸ ਨਾਲ ਰਿਲੇਟਡ ਹੈ, ਜਿੱਥੋਂ ਅਸੀਂ ਨਵੇਂ ਨਵੇਂ ਜੀਨਸ ਤਿਆਰ ਕਰ ਸਕਦੇ ਹਾਂ, ਅਸੀਂ ਜੈਨੇਟਿਕਲੀ ਉਹਨਾਂ ਚੀਜ਼ਾਂ ਦੇ ਵਿੱਚ ਚੇਂਜਸ ਕਰ ਸਕਦੇ ਹਾਂ। ਸਿਰਫ ਲਿਵਿੰਗ ਸਪੀਸ਼ੀਜ਼ ਦੇ ਉੱਪਰ ਇੰਡਸਟਰੀ ਜਿਹੜੀ ਹੈ ਵਰਕ ਕਰਦੀ ਹੈ। ਨੈਕਸਟ ਹੈ ਸਾਡੇ ਕੋਲ ਐਕਸਟ੍ਰੈਕਟਿਵ ਇੰਡਸਟਰੀ, ਜੋ ਕਿ ਇੰਗੇਜਡ ਵਿਦ ਰੇਜ਼ਿੰਗ ਐਕਸਟ੍ਰੈਕਟਿੰਗ ਸਮ ਫਾਰਮ ਆਫ ਵੈਲਥ ਫਰੋਮ ਦਾ ਸੋਲ, ਵਾਟਰ, ਬੈਨਥ ਆਫ ਸਰਫੇਸ ਆਫ ਦਾ ਅਰਥ। ਦੇਖੋ ਇਹਨਾਂ ਚੀਜ਼ਾਂ ਦੇ ਵਿੱਚੋਂ ਅਸੀਂ ਕੁਛ ਨਾ ਕਿਸੇ ਤਰੀਕੇ ਦਾ ਜਿਹੜਾ ਪੈਸਾ ਕਮਾਉਣਾ ਹੈ, ਜਾਂ ਅਸੀਂ ਕੋਈ ਚੀਜ਼ ਨੂੰ ਬਾਹਰ ਕੱਢਣਾ, ਪੁੱਲ ਆਊਟ ਕਰਨਾ ਹੈ। ਕਿੱਥੋਂ? ਵਾਟਰ, ਸੋਇਲ, ਧਰਤੀ ਦੇ ਵਿੱਚੋਂ। ਹੁਣ ਇਸ ਇੰਡਸਟਰੀ ਨੂੰ ਫਰਦਰ ਅੱਗੇ ਦੋ ਪਾਰਟ ਦੇ ਵਿੱਚ ਵੰਡਿਆ ਜਾਂਦਾ ਹੈ। ਇੱਕ ਚੀਜ਼ ਜਿਹੜੀ ਹੈ ਫਸਟ ਕੈਟਾਗਰੀ ਹੈ, ਉੱਥੇ ਕੀ ਆ, ਵਰਕਰ ਕਲੈਕਟ ਗੁੱਡਸ ਆਲਰੇਡੀ ਜੋ ਕਿ ਐਗਜ਼ਿਸਟ ਕਰਦੀਆਂ ਨੇ, ਲਾਈਕ ਮਾਈਨਿੰਗ, ਫਿਸ਼ਿੰਗ ਫਾਲ ਐਟਸੈਟਰਾ। ਇਹ ਸਾਰੀਆਂ ਚੀਜ਼ਾਂ ਇਸ ਕੈਟਾਗਰੀ ਦੇ ਅੰਡਰ ਫਾਲ ਕਰਦੀਆਂ। ਹੁਣ ਦੇਖੋ ਇਹਦੇ ਅੰਦਰ ਕੀ ਕੀ ਆ ਜਾਂਦਾ ਹੈ? ਮਾਈਨਿੰਗ, ਜਿਹੜੀ ਚੀਜ਼ ਆਲਰੇਡੀ ਐਗਜ਼ਿਸਟ ਕਰਦੀ ਹੈ ਅਸੀਂ ਉਸ ਨੂੰ ਹੀ ਜਿਹੜਾ ਹੈ ਤਿਆਰ ਕਰਨਾ, ਉਸ ਨੂੰ ਹੀ ਫਾਈਂਡ ਕਰਨਾ, ਕੱਢਣਾ। ਜਿਵੇਂ ਕਿ ਮਾਈਨਸ, ਖੂਹ ਪੱਟ ਲੈਂਦੇ ਹਾਂ ਅਸੀਂ, ਉੱਥੋਂ ਅਸੀਂ ਕੀ ਆ, ਕੋਇਲਾ ਬਾਹਰ ਕੱਢਦੇ ਹਾਂ, ਠੀਕ ਹੈ ਨਾ। ਇਹ ਚੀਜ਼ਾਂ ਇਸ ਦੇ ਅੰਦਰ ਆ ਜਾਂਦੀਆਂ ਨੇ। ਨੈਕਸਟ ਆ ਜਾਂਦੀ ਸਾਡੀ ਸੈਕਿੰਡ ਕੈਟਾਗਰੀ ਦੇ ਵਿੱਚ ਕੀ ਆ, ਗੁੱਡਸ ਆਰ ਟੂ ਬੀ ਪ੍ਰੋਡਿਊਸਡ ਬਾਏ ਐਪਲੀਕੇਸ਼ਨ ਆਫ ਹਿਊਮਨ ਸਕਿੱਲ, ਐਗਰੀਕਲਚਰ ਫਾਲ ਅੰਡਰ ਦਿਸ ਕੈਟਾਗਰੀ। ਹੁਣ ਇੱਥੇ ਅਸੀਂ ਹਿਊਮਨ ਸਕਿੱਲ ਲਗਾਉਂਦੇ ਹਾਂ, ਔਰ ਜਿਹੜੀ ਚੀਜ਼ ਆਲਰੇਡੀ ਹੈਗੀ ਆ ਉਹਨੂੰ ਨਹੀਂ, ਅਸੀਂ ਨਵੀਂ ਚੀਜ਼ ਤਿਆਰ ਕਰਨੀ ਹੈ। ਸੋ ਨਵੀਂ ਚੀਜ਼ ਕਿਵੇਂ ਤਿਆਰ ਕਰਾਂਗੇ? ਔਨ ਦਾ ਬੈਨਥ ਸਰਫੇਸ ਆਫ ਦਾ ਅਰਥ ਅਸੀਂ ਐਗਰੀਕਲਚਰ ਪ੍ਰੋਡਿਊਸ ਕਰਦੇ ਹਾਂ ਇੱਥੇ। ਕਲੀਅਰ? ਐਕਸਟ੍ਰੈਕਟਿਵ ਇੰਡਸਟਰੀ ਜਿਹੜੀ ਹੈ ਸਪਲਾਈ ਕਰਦੀ ਹੈ ਬੇਸਿਕ ਰॉ ਮਟੀਰੀਅਲ ਅਦਰ ਇੰਡਸਟਰੀਜ਼ ਨੂੰ, ਜੋ ਕਿ ਯੂਜ਼ਫੁਲ ਪ੍ਰੋਡਕਟਸ ਤਿਆਰ ਕਰਦੇ ਆ। ਲਾਈਕ ਵੁਡਨ ਅਸੀਂ ਸਪਲਾਈ ਕਰ ਦਿੱਤੀ, ਜਿੱਥੋਂ ਕਿ ਫਰਨੀਚਰ ਤਿਆਰ ਹੋਊਗਾ, ਠੀਕ ਹੈ। ਅਸੀਂ ਕਣਕ ਉਗਾਈ, ਕਣਕ ਦੇ ਦਾਣੇ ਸਪਲਾਈ ਕਰ ਦਿੱਤੇ, ਆਟਾ ਤਿਆਰ ਕਰ ਦਿੱਤਾ, ਬਿਸਕਿਟਸ ਤਿਆਰ ਹੁੰਦੇ ਆ, ਹੋਰ ਬਹੁਤ ਚੀਜ਼ਾਂ ਤਿਆਰ ਹੁੰਦੀਆਂ ਉੱਥੋਂ। ਕਾਟਨ ਸਪਲਾਈ ਕਰ ਦਿੱਤੀ, ਕੱਪੜਾ ਤਿਆਰ ਹੋਊਗਾ ਉੱਥੋਂ, ਕੱਪੜਾ ਮਿਲ ਦੇ ਅੰਦਰ, ਠੀਕ ਹੈ ਨਾ। ਇਹ ਚੀਜ਼ਾਂ ਜਿਹੜੀਆਂ ਸਾਡੀ
ਬੇਸਿਕ ਸਾਡੀ ਪ੍ਰਾਈਮ ਇੰਡਸਟਰੀ ਜਿਹੜੀ ਹੈ, ਪ੍ਰਾਇਮਰੀ ਇੰਡਸਟਰੀ, ਇਹ ਬੇਸਿਕ ਰॉ ਮਟੀਰੀਅਲ ਜਿਹੜਾ ਸਪਲਾਈ ਕਰਦੀ ਹੈ। ਸੋ ਉਸ ਰॉ ਮਟੀਰੀਅਲ ਨੂੰ ਯੂਜ਼ ਕੌਣ ਕਰੂਗਾ, ਅੱਗੇ ਸਮਾਨ ਕੌਣ ਬਣਾਊਗਾ? ਸੋ ਉਹਦੇ ਲਈ ਸਾਡੀ ਸਟੱਡੀ 'ਚ ਆਊਗੀ ਸੈਕੰਡਰੀ ਇੰਡਸਟਰੀ। ਸੈਕੰਡਰੀ ਇੰਡਸਟਰੀ ਦੀ ਕੀ ਹੁੰਦਾ ਹੈ? These industries use the raw material supplied by the primary industry and convert them into the useful products। ਜਿਹੜਾ ਮਟੀਰੀਅਲ ਸਾਨੂੰ ਪ੍ਰਾਇਮਰੀ ਇੰਡਸਟਰੀ ਨੇ ਸਪਲਾਈ ਕੀਤਾ, ਉਸ ਨੂੰ ਅਸੀਂ ਯੂਜ਼ਫੁਲ ਪ੍ਰੋਡਕਟ ਦੇ ਅੰਦਰ ਟ੍ਰਾਂਸਫਰ ਕਰਨਾ ਹੈ। ਸੋ ਇਹ ਉਹ ਇੰਡਸਟਰੀ ਹੈ ਜਿਹੜੀ ਕਿ ਉਸ ਰॉ ਮਟੀਰੀਅਲ ਦੇ ਉੱਪਰ ਕੁਝ ਪ੍ਰੋਸੈਸਿੰਗ ਕਰੂਗੀ ਔਰ ਪ੍ਰੋਸੈਸਿੰਗ ਕਰਨ ਤੋਂ ਬਾਅਦ ਉਸ ਨੂੰ ਯੂਜ਼ਫੁਲ ਪ੍ਰੋਡਕਟਸ ਦੇ ਅੰਦਰ ਕਨਵਰਟ ਕਰੂਗੀ। ਹੁਣ ਇਹ ਇੰਡਸਟਰੀ ਫਰਦਰ ਅੱਗੇ ਟਾਈਪਸ ਦੇ ਅੰਦਰ ਕੁਝ ਡਿਵਾਈਡ ਕੀਤੀ ਗਈ, ਦੋ ਟਾਈਪ ਦੇ ਅੰਦਰ। ਪਹਿਲੀ ਹੈ ਮੈਨੂਫੈਕਚਰਿੰਗ ਇੰਡਸਟਰੀ। ਹੁਣ ਦੇਖੋ ਮੈਨੂਫੈਕਚਰਿੰਗ ਇੰਡਸਟਰੀ ਦਾ ਕੰਮ ਕੀ ਹੁੰਦਾ ਕਿ ਕੁਛ ਨਾ ਕੁਛ ਰॉ ਮਟੀਰੀਅਲ ਤੋਂ ਨਵਾਂ ਪ੍ਰੋਡਕਟ ਮੈਨੂਫੈਕਚਰ ਕਰਨਾ, ਕੁਛ ਨਾ ਕੁਛ ਪ੍ਰੋਡਕਟ ਬਣਾਉਣਾ, ਤਿਆਰ ਕਰਨਾ। ਹੁਣ ਉਹ ਸੈਮੀ ਫਿਨਿਸ਼ਡ ਪ੍ਰੋਡਕਟ ਵੀ ਹੋ ਸਕਦਾ ਹੈ ਜਾਂ ਐਗਜ਼ੈਕਟ ਫਿਨਿਸ਼ਡ ਪ੍ਰੋਡਕਟ ਵੀ ਹੋ ਸਕਦਾ ਹੈ। ਅਸੀਂ ਸੈਮੀ ਫਿਨਿਸ਼ਡ ਪ੍ਰੋਡਕਟ ਕਿਸ ਨੂੰ ਕਹਿੰਦੇ ਆ? ਜਿਹੜਾ ਕਿ ਹਜੇ ਪੂਰੀ ਤਰ੍ਹਾਂ ਤਿਆਰ ਨਹੀਂ ਹੋਇਆ। ਔਰ ਫਿਨਿਸ਼ਡ ਪ੍ਰੋਡਕਟ ਕਿਹੜਾ ਹੋ ਗਿਆ? ਜਿਹੜਾ ਕਿ ਰੈਡੀ ਟੂ ਸੇਲ ਹੈ। ਸੋ ਇਹ ਦੋਨੋਂ ਤਰ੍ਹਾਂ ਦਾ ਸਮਾਨ ਜਿਹੜਾ ਹੈ ਤਿਆਰ ਕਰ ਸਕਦੀ ਹੈ। ਜਿਵੇਂ ਕਿ ਇੱਕ ਲੱਕੜ ਉਗਾਈ, ਅਸੀਂ ਦਰਖਤ ਉਗਾਏ, ਦਰਖਤ ਉਗਾ ਕੇ ਅਸੀਂ ਕੱਟ ਕੇ ਅਸੀਂ ਜਿਹੜਾ ਹੈ ਉਹ ਪ੍ਰਾਇਮਰੀ ਇੰਡਸਟਰੀ ਬਣੀ, ਪ੍ਰਾਇਮਰੀ ਇੰਡਸਟਰੀ ਨੇ ਕੱਟ ਕੇ ਸੈਕੰਡਰੀ ਇੰਡਸਟਰੀ ਨੂੰ ਲੱਕੜ ਸ਼ਿਫਟ ਕਰ ਦਿੱਤੀ। ਹੁਣ ਇਹਨਾਂ ਨੇ ਕੀ ਕਰਨਾ? ਉਸ ਲੱਕੜ ਨੂੰ ਚੀਰ ਕੇ ਉਸ ਦੇ ਵਿੱਚੋਂ ਯੂਜ਼ਫੁਲ ਜਿਹੜੇ ਹੈ ਇੱਕ ਸ਼ੇਪ ਦੀ ਅਲੱਗ ਤਰ੍ਹਾਂ ਲੱਕੜ ਜਿਹੜੀ ਹੈ ਰੈਡੀਮੇਡ ਤਿਆਰ ਕਰਕੇ ਅਸੀਂ ਮਾਰਕੀਟ 'ਚ ਸਪਲਾਈ ਕਰਨੀ ਆ। ਉਹ ਲੱਕੜ ਸਾਡੇ ਤੋਂ ਕੌਣ ਖਰੀਦ ਕੇ ਲੈ ਕੇ ਜਾਊਗਾ ਅੱਗੇ? ਫਰਦਰ ਮੈਨੂਫੈਕਚਰਰ, ਜਿਸ ਨੇ ਕਿ ਉਹਦੇ ਤੋਂ ਹੋ ਸਕਦਾ ਕਿ ਬੈੱਡ ਤਿਆਰ ਕਰਨੇ ਆ, ਫਰਨੀਚਰ ਤਿਆਰ ਕਰਨਾ, ਔਰ ਹੋ ਸਕਦਾ ਕਿ ਉਹ ਇਸ ਤਰ੍ਹਾਂ ਦਾ ਸਮਾਨ ਤਿਆਰ ਕਰੇ ਜਿਹੜਾ ਕਿ ਅੱਗੇ ਫਿਰ ਰॉ ਮਟੀਰੀਅਲ ਦੇ ਤੌਰ 'ਤੇ ਯੂਜ਼ ਹੋਵੇ। ਕਿਉਂਕਿ ਸੈਮੀ ਫਿਨਿਸ਼ਡ ਪ੍ਰੋਡਕਟ ਕੀ ਹੈ? ਜਿਹੜੇ ਕਿ ਅੱਗੇ ਜਾ ਕੇ ਫਿਰ ਕਿਸੇ ਹੋਰ ਦੇ ਲਈ ਇੱਕ ਰॉ ਮਟੀਰੀਅਲ ਬਣ ਜਾਂਦੇ ਆ। ਠੀਕ ਹੈ ਜੀ। ਸੋ ਇਹ ਇੰਡਸਟਰੀ ਨੂੰ ਵੀ ਅੱਗੇ 4 ਪਾਰਟਸ ਦੇ ਵਿੱਚ ਵੰਡਿਆ ਗਿਆ ਕਿ ਮੈਨੂਫੈਕਚਰਿੰਗ ਇੰਡਸਟਰੀ ਵੀ 4 ਤਰ੍ਹਾਂ ਦੀ ਹੁੰਦੀ ਹੈ। ਕਿਹੜੀ ਕਿਹੜੀ? ਪਹਿਲੀ ਹੈ ਐਨਾਲੀਟੀਕਲ ਇੰਡਸਟਰੀ। ਐਨਾਲੀਟੀਕਲ ਇੰਡਸਟਰੀ ਦਾ ਮਤਲਬ ਕਿ ਜੋ ਰॉ ਮਟੀਰੀਅਲ ਨੂੰ ਐਨਾਲਾਈਜ਼ ਕਰਦੀ ਹੈ ਅਤੇ ਉਸ ਨੂੰ ਅਲੱਗ-ਅਲੱਗ ਫਾਈਨਲ ਪ੍ਰੋਡਕਟ ਦੇ ਅੰਦਰ ਕਨਵਰਟ ਕਰ ਦਿੰਦੀ ਹੈ। ਹੁਣ ਕਰ ਤਾਂ ਮੈਨੂਫੈਕਚਰ ਰਹੀ ਹੈ, ਲੇਕਿਨ ਐਨਾਲਾਈਜ਼ ਕਰਨ ਤੋਂ ਬਾਅਦ ਉਸ ਨੂੰ ਅਲੱਗ-ਅਲੱਗ ਪ੍ਰੋਡਕਟ ਦੇ ਅੰਦਰ ਜਿਹੜਾ ਹੈ ਅਸੀਂ ਕਨਵਰਟ ਕਰ ਦੇਣਾ। ਹੁਣ ਜਿਵੇਂ ਕਿ ਇਹਦੀ ਐਗਜ਼ਾਮਪਲ ਆ ਜਾਂਦੀ ਹੈ ਆਇਲ ਦੀ, ਕਰੂਡ ਆਇਲ ਵਗੈਰਾ। ਅਸੀਂ ਧਰਤੀ ਦੇ ਵਿੱਚੋਂ ਕਰੂਡ ਆਇਲ ਕੱਢ ਲੈਂਦੇ ਹਾਂ, ਉਸ ਤੋਂ ਅਸੀਂ ਕੈਰੋਸੀਨ ਵੀ ਬਣਾਉਂਦੇ ਹਾਂ, ਪੈਟਰੋਲ ਬਣ ਜਾਂਦਾ, ਗੈਸ ਬਣ ਜਾਂਦਾ, ਡੀਜ਼ਲ ਬਣ ਜਾਂਦਾ। ਸੋ ਪ੍ਰੋਡਕਟ ਇੱਕੋ ਹੀ ਨਿਕਲਦਾ, ਧਰਤੀ ਅੰਦਰੋਂ ਇੱਕੋ ਹੀ ਕਰੂਡ ਆਇਲ ਨਿਕਲ ਰਿਹਾ। ਉਸ ਤੋਂ ਅਸੀਂ ਅਲੱਗ-ਅਲੱਗ ਚੀਜ਼ਾਂ ਤਿਆਰ ਕੀਤੀਆਂ ਉਸ ਨੂੰ ਐਨਾਲਾਈਜ਼ ਕਰਨ ਤੋਂ ਬਾਅਦ। ਨੈਕਸਟ ਹੈ ਪ੍ਰੋਸੈਸਿੰਗ ਇੰਡਸਟਰੀ, ਜਿੱਥੇ ਕਿ ਪ੍ਰੋਡਕਟ ਕੁਛ ਅਲੱਗ-ਅਲੱਗ ਪ੍ਰੋਸੈਸ ਦੇ ਥਰੂ ਪਾਸ ਕਰਨਾ ਪੈਂਦਾ ਤਾਂ ਜੋ ਅਸੀਂ ਉਸ ਤੋਂ ਇੱਕ ਫਾਈਨਲ ਪ੍ਰੋਡਕਟ ਜਿਹੜਾ ਹੈ ਤਿਆਰ ਕਰ ਸਕੀਏ। ਹੁਣ ਜਿਹੜਾ ਇੱਕ ਇੰਡਸਟਰੀ ਹੋ ਸਕਦਾ ਹੈ ਫਸਟ ਪ੍ਰੋਸੈਸ, ਸੈਕੰਡ ਪ੍ਰੋਸੈਸ, ਥਰਡ ਪ੍ਰੋਸੈਸ ਤੋਂ ਬਾਅਦ ਉਹ ਸਮਾਨ ਤਿਆਰ ਹੁੰਦਾ। ਫਸਟ ਪ੍ਰੋਸੈਸ ਨੇ ਜਿੰਨਾ ਤਿਆਰ ਕੀਤਾ, ਸੈਕੰਡ ਦੇ ਲਈ ਉਹ ਰॉ ਮਟੀਰੀਅਲ ਬਣ ਗਿਆ। ਸੈਕੰਡ ਨੇ ਫਰਦਰ ਫਿਰ ਜਿੰਨਾ ਤਿਆਰ ਕਰਨਾ ਉਹ ਥਰਡ ਦੇ ਲਈ ਰॉ ਮਟੀਰੀਅਲ ਹੋਏਗਾ। ਥਰਡ ਨੇ ਫਿਰ ਜਿੰਨਾ ਕੰਪਲੀਟ ਕਰਨਾ ਉਹੀ ਫਿਨਿਸ਼ਡ ਪ੍ਰੋਡਕਟ ਮੰਨਿਆ ਜਾਏਗਾ। ਕਾਰ ਅਸੀਂ ਇਹਦੇ ਵਿੱਚ ਇੱਕ ਬੈਸਟ ਐਗਜ਼ਾਮਪਲ ਲੈ ਸਕਦੇ ਹਾਂ ਕਿ ਜਦ ਤੱਕ ਕੀ ਹੁੰਦਾ, ਪਹਿਲਾਂ ਕਾਰ ਦਾ ਇੱਕ ਬੇਸ ਤਿਆਰ ਹੁੰਦਾ, ਉਹ ਅਲੱਗ ਟੀਮ ਤਿਆਰ ਕਰੇਗੀ। ਬੇਸ ਤਿਆਰ ਕਰਨ ਤੋਂ ਬਾਅਦ ਫਿਰ ਉਸ ਤੋਂ ਬਾਅਦ ਕਾਰ ਦੀ ਸਾਈਡ ਬੋਡੀ ਤਿਆਰ ਹੋਏਗੀ। ਫਿਰ ਉਸ ਤੋਂ ਬਾਅਦ ਉਸ ਦੇ ਅੰਦਰਲਾ ਸਾਰਾ ਸਿਸਟਮ ਤਿਆਰ ਹੋਏਗਾ। ਫਿਰ ਉਸ ਦੇ ਅੰਦਰ ਇੰਜਨ ਰੱਖ ਕੇ ਉਹਦੇ ਸਾਰਾ ਸਿਸਟਮ ਜਿਹੜਾ ਤਿਆਰ ਕਰਕੇ ਪ੍ਰੋਪਰ ਉਸ ਨੂੰ ਫਿਨਿਸ਼ਿੰਗ ਕਰ ਦਿੱਤੀ ਜਾਂਦੀ ਹੈ। ਸੋ ਇਸ ਤਰ੍ਹਾਂ ਅਲੱਗ-ਅਲੱਗ ਪ੍ਰੋਸੈਸ ਦੇ ਵਿੱਚੋਂ ਆਏਗੀ। ਜਿਹੜੀ ਇੰਡਸਟਰੀ ਇਸ ਤਰ੍ਹਾਂ ਕੰਮ ਕਰਦੀ ਹੈ ਉਸ ਨੂੰ ਅਸੀਂ ਕੀ ਬੋਲ ਦਿੰਦੇ ਹਾਂ? ਪ੍ਰੋਸੈਸਿੰਗ ਇੰਡਸਟਰੀ। ਨੈਕਸਟ ਹੈ ਸਾਡੇ ਕੋਲ ਸਿੰਥੈਟਿਕ ਇੰਡਸਟਰੀ। ਹੁਣ ਜੋ ਸਿੰਥੈਟਿਕ ਇੰਡਸਟਰੀ ਹੈ ਇਹਦਾ ਕੀ ਕੰਮ ਹੈ? ਮੈਨੀ ਰॉ ਮਟੀਰੀਅਲਸ ਆਰ ਬ੍ਰੌਟ ਟੂਗੈਦਰ ਟੂ ਮੇਕ ਅ ਫਾਈਨਲ ਪ੍ਰੋਡਕਟ। ਕਈ ਤਰ੍ਹਾਂ ਦੇ ਰॉ ਮਟੀਰੀਅਲ ਜਿਹੜੇ ਹੈ ਅਸੀਂ ਇਕੱਠੇ ਕਰ ਲੈਣੇ ਆ, ਜਿਹਦੇ ਨਾਲ ਅਸੀਂ ਕੀ ਕਰਦੇ ਹਾਂ? ਇੱਕ ਫਾਈਨਲ ਪ੍ਰੋਡਕਟ ਤਿਆਰ ਕਰ ਲੈਂਦੇ ਹਾਂ। ਦੇਖੋ ਜਿਵੇਂ ਕਿ ਕਾਗਜ਼ ਬਣਾਉਣ ਦੇ ਵਿੱਚ ਵੀ ਕਈ ਚੀਜ਼ਾਂ ਲੱਗਦੀਆਂ, ਕੈਮੀਕਲ ਵੀ ਲੱਗਦੇ ਆ, ਸਾਰਾ ਕੁਛ ਰॉ ਮਟੀਰੀਅਲ, ਫਾਈਨਲ ਪ੍ਰੋਡਕਟ ਕੀ ਬਣਦਾ? ਕਾਗਜ਼। ਇਸੇ ਤਰ੍ਹਾਂ ਅਸੀਂ ਸੋਪ ਦੀ ਐਗਜ਼ਾਮਪਲ ਲੈ ਸਕਦੇ ਹਾਂ ਕਿ ਸੋਪ ਤਿਆਰ ਕਰਨ ਦੇ ਲਈ ਕੀ ਹੈ? ਕਈ ਤਰ੍ਹਾਂ ਦੇ ਕੈਮੀਕਲ ਲੱਗਣਗੇ, ਸੋਡੀਅਮ ਵਗੈਰਾ ਲੱਗੂਗਾ। ਉਹ ਸਾਰਾ ਕੁਝ ਕੀ ਹੈ? ਸਾਡੇ ਲਈ ਰॉ ਮਟੀਰੀਅਲ ਹੈ ਔਰ ਉਹਨੂੰ ਅਸੀਂ ਯੂਜ਼ ਕਰਨ ਤੋਂ ਬਾਅਦ ਕੀ ਹੈ? ਇੱਕ ਸੋਪ ਤਿਆਰ ਕਰ ਦਿੰਦੇ ਹਾਂ। ਦੈਟ ਇਜ਼ ਅ ਯੂਜ਼ਫੁਲ ਪ੍ਰੋਡਕਟ, ਫਾਈਨਲ ਪ੍ਰੋਡਕਟ। ਸੋ ਇਸ ਨੂੰ ਅਸੀਂ ਕੀ ਬੋਲ ਦਿੰਦੇ ਹਾਂ? ਸਿੰਥੈਟਿਕ ਇੰਡਸਟਰੀ। ਪ੍ਰੋਸੈਸਿੰਗ ਇੰਡਸਟਰੀ, ਸਿੰਥੈਟਿਕ ਇੰਡਸਟਰੀ, ਇਹ ਦੋਨੋਂ ਅਲੱਗ-ਅਲੱਗ ਨੇ, ਕਨਫਿਊਜ਼ ਨਹੀਂ ਹੋਣਾ। ਔਰ ਸਿੰਥੈਟਿਕ ਇੰਡਸਟਰੀ ਜਾਂ ਪ੍ਰੋਸੈਸਿੰਗ ਇੰਡਸਟਰੀ, ਇਸ ਤੋਂ ਅਸੈਂਬਲਿੰਗ ਇੰਡਸਟਰੀ ਬਿਲਕੁਲ ਅਲੱਗ ਹੈ। ਅਸੈਂਬਲਿੰਗ ਇੰਡਸਟਰੀ ਕੀ ਹੈ ਕਿ ਡਿਫਰੈਂਟ ਪ੍ਰੋਡਕਟ ਨੂੰ ਇਕੱਠਾ ਕਰਕੇ ਇੱਕ ਮੇਨ ਫਾਈਨਲ ਪ੍ਰੋਡਕਟ ਤਿਆਰ ਕਰਦੀ ਹੈ।
ਜਿਵੇਂ ਕਿ ਟੈਲੀਵਿਜ਼ਨ ਜਾਂ ਕੰਪਿਊਟਰ ਇੰਡਸਟਰੀਜ਼। ਹੁਣ ਇਹ ਕੀ ਕਰਦੇ ਆ, ਅਲੱਗ-ਅਲੱਗ ਪੁਰਜ਼ੇ ਮਾਰਕੀਟ 'ਚੋਂ ਖਰੀਦ ਕੇ ਉਹਨਾਂ ਨੂੰ ਅਸੈਂਬਲ ਕਰ ਦਿੰਦੇ ਆ ਅਤੇ ਕੰਪਿਊਟਰ ਤਿਆਰ ਕਰਦੇ ਆ। ਦੇਖੋ ਅਗਰ ਅਸੀਂ ਗੱਲ ਕਰੀਏ ਡੈਲ ਕੰਪਨੀ ਦੀ, ਤਾਂ ਕਿਆ ਸਾਰਾ ਲੈਪਟਾਪ ਜਾਂ ਕੰਪਿਊਟਰ ਜੋ ਤਿਆਰ ਹੁੰਦਾ ਡੈਲ ਦਾ, ਕਿਆ ਉਹ ਡੈਲ ਨੇ ਹੀ ਤਿਆਰ ਕੀਤਾ ਹੈ? ਨਹੀਂ। ਅਗਰ ਅਸੀਂ ਉਹਨੂੰ ਪੱਟ ਕੇ ਦੇਖੀਏ ਤਾਂ ਉਹਦੇ ਅੰਦਰ ਜੋ ਮਦਰਬੋਰਡ ਹੈ ਉਹ ਕਿਸੇ ਹੋਰ ਕੰਪਨੀ ਦਾ ਹੋਏਗਾ, ਜੋ DVD ਰਾਈਟਰ ਲੱਗਿਆ ਹੋਇਆ ਕਿਸੇ ਹੋਰ ਕੰਪਨੀ ਦਾ ਹੋਊਗਾ। ਠੀਕ ਹੈ, ਇਸ ਤਰ੍ਹਾਂ ਹਰੇਕ ਅਲੱਗ-ਅਲੱਗ ਕੰਪਨੀ ਤੋਂ ਉਸਦੇ ਜਿਹੜੇ ਅਸੀਂ ਕੰਪੋਨੈਂਟਸ ਨੇ ਉਹਨੂੰ ਇਕੱਠੇ ਕਰਨਾ ਹੈ, ਇਕੱਠੇ ਕਰਕੇ ਅਸੀਂ ਉਸ ਨੂੰ ਅਸੈਂਬਲ ਕਰਨਾ ਹੈ। ਤਾਂ ਜਿਹੜੀ ਇੰਡਸਟਰੀ ਇਹ ਕੰਮ ਕਰੇਗੀ ਉਸ ਨੂੰ ਅਸੀਂ ਕੀ ਬੋਲਦੇ ਹਾਂ? ਅਸੈਂਬਲਿੰਗ ਇੰਡਸਟਰੀ। ਕਲੀਅਰ। ਨੈਕਸਟ ਹੈ ਸਾਡੇ ਕੋਲ ਕੰਸਟਰਕਸ਼ਨ। ਹੁਣ ਪਹਿਲੀ ਕੀ ਸੀ? ਮੈਨੂਫੈਕਚਰਿੰਗ ਇੰਡਸਟਰੀ। ਸੈਕਿੰਡ ਹੈ ਕੰਸਟਰਕਸ਼ਨ ਇੰਡਸਟਰੀ। ਹੁਣ ਜਿਹਦਾ ਕੰਮ ਕੀ ਹੈ? ਕੰਸਟਰਕਸ਼ਨ ਕਰਨਾ। ਲਾਈਕ ਰੋਡ, ਬ੍ਰਿਜਸ, ਬਿਲਡਿੰਗਸ ਅਸੀਂ ਤਿਆਰ ਕਰਦੇ ਹਾਂ। ਰॉ ਮਟੀਰੀਅਲ ਤੌਰ ਦੇ ਉੱਪਰ ਇਹ ਕੀ ਯੂਜ਼ ਕਰਦੇ ਆ? ਸੀਮੈਂਟ ਯੂਜ਼ ਕਰਦੇ ਆ, ਬਜਰੀ, ਰੇਤਾ, ਇਹ ਚੀਜ਼ਾਂ ਯੂਜ਼ ਕਰਦੇ ਆ ਇਹ। ਠੀਕ ਹੈ, ਸੋ ਇਸ ਨੂੰ ਅਸੀਂ ਕੀ ਬੋਲਦੇ ਹਾਂ? ਕੰਸਟਰਕਸ਼ਨ ਇੰਡਸਟਰੀ। ਨੈਕਸਟ ਇੰਡਸਟਰੀ ਸਾਡੇ ਕੋਲ ਆ ਜਾਂਦੀ ਹੈ ਟੈਰੀਟਰੀ। ਇਸ ਨੂੰ ਅਸੀਂ ਕਹਿੰਦੇ ਹਾਂ ਸਰਵਿਸ ਇੰਡਸਟਰੀ। ਹੁਣ ਦੇਖੋ ਇਸ ਦਾ ਮੇਨ ਵਰਕ ਕੀ ਹੈ? ਪ੍ਰੋਵਾਈਡ ਸਰਵਿਸਿਜ਼ ਟੂ ਅਦਰ ਇੰਡਸਟਰੀਜ਼ ਐਂਡ ਬਿਜ਼ਨਸ, ਸੋ ਦੈਟ ਕਿ ਉਹਨਾਂ ਦਾ ਜੋ ਬਿਜ਼ਨਸ ਹੈ, ਉਹਨਾਂ ਦਾ ਜੋ ਐਕਟੀਵਿਟੀਜ਼ ਨੇ ਉਹ ਸਮੂਥਲੀ ਚੱਲਦੀਆਂ ਨੇ। ਹੁਣ ਇਹਦੇ ਤੋਂ ਬਿਨਾਂ ਨਾ ਤਾਂ ਪ੍ਰਾਇਮਰੀ ਇੰਡਸਟਰੀ ਸਮੂਥਲੀ ਕੰਮ ਕਰ ਸਕਦੀ ਹੈ, ਨਾ ਹੀ ਇਹ ਤੋਂ ਬਿਨਾਂ ਸੈਕੰਡਰੀ ਇੰਡਸਟਰੀ ਜਿਹੜੀ ਹੈ ਉਹ ਸਮੂਥਲੀ ਵਰਕ ਕਰ ਸਕਦੀ ਹੈ, ਕਿਉਂਕਿ ਇਸਨੇ ਉਹ ਸਰਵਿਸਿਜ਼ ਪ੍ਰੋਵਾਈਡ ਕਰਨੀਆਂ ਇਹਨਾਂ ਦੋਨਾਂ ਇੰਡਸਟਰੀਜ਼ ਨੂੰ ਜਿਸ ਤੋਂ ਬਿਨਾਂ ਉਹਨਾਂ ਦੋਨਾਂ ਦਾ ਬਿਜ਼ਨਸ ਸਮੂਥਲੀ ਰਨ ਨਹੀਂ ਕਰ ਸਕਦਾ। ਕਿਹੜੀਆਂ ਸਰਵਿਸਿਜ਼ ਅਸੀਂ ਪ੍ਰੋਵਾਈਡ ਕਰਨੀਆਂ? ਲਾਈਕ ਟਰਾਂਸਪੋਰਟੇਸ਼ਨ। ਦੇਖੋ ਟਰਾਂਸਪੋਰਟੇਸ਼ਨ ਸਾਡੇ ਲਈ ਕੀ ਹੈਲਪ ਕਰਦੀ ਹੈ? ਟੂ ਰਿਮੂਵ ਦਾ ਹਿੰਡਰੈਂਸ ਦਾ ਮਤਲਬ ਹੁੰਦਾ ਰੁਕਾਵਟ। ਕਿਸ ਚੀਜ਼ ਦੀ ਰੁਕਾਵਟ ਅਸੀਂ ਦੂਰ ਕਰਨੀ ਹੈ? ਹਿੰਡਰੈਂਸ ਆਫ ਪਲੇਸ। ਕਿਉਂਕਿ ਵਿਦ ਦਾ ਹੈਲਪ ਆਫ ਟਰਾਂਸਪੋਰਟੇਸ਼ਨ ਅਸੀਂ ਕੀ ਕਰਨਾ ਹੈ? ਮੂਵਮੈਂਟ ਆਫ ਗੁੱਡਸ ਟੇਕਸ ਪਲੇਸ ਫਰੋਮ ਵਨ ਟੂ ਅਨਦਰ। ਇੱਕ ਜਗ੍ਹਾ ਤੋਂ ਅਸੀਂ ਉਸ ਨੂੰ ਦੂਜੀ ਜਗ੍ਹਾ 'ਤੇ ਲੈ ਕੇ ਜਾਣ ਦੇ ਲਈ ਕਿਸ ਚੀਜ਼ ਨੂੰ ਯੂਜ਼ ਕਰਾਂਗੇ? ਅਸੀਂ ਟਰਾਂਸਪੋਰਟੇਸ਼ਨ ਨੂੰ ਯੂਜ਼ ਕਰਾਂਗੇ। ਕਲੀਅਰ। ਜਿਹਦੇ ਅੰਦਰ ਅਸੀਂ ਦੇਖੋ ਐਜ਼ ਪਰ ਦਾ ਰਿਕੁਆਇਰਮੈਂਟ ਹੋਏਗਾ, ਅਸੀਂ ਸਮੁੰਦਰੀ ਜਹਾਜ਼ ਵੀ ਯੂਜ਼ ਕਰਦੇ ਹਾਂ, ਅਸੀਂ ਐਰੋਪਲੇਨ ਵੀ ਯੂਜ਼ ਕਰਦੇ ਹਾਂ, ਅਸੀਂ ਬੱਸਿਸ ਯੂਜ਼ ਕਰ ਸਕਦੇ ਹਾਂ, ਟਰੱਕਸ ਯੂਜ਼ ਕਰ ਸਕਦੇ ਹਾਂ, ਲੌਰੀਜ਼ ਯੂਜ਼ ਕਰ ਸਕਦੇ ਹਾਂ, ਰੇਲ ਯੂਜ਼ ਕਰ ਸਕਦੇ ਹਾਂ। ਉਹ ਡਿਪੈਂਡ ਕਰਦਾ ਐਜ਼ ਪਰ ਦਾ ਨੀਡ। ਨੈਕਸਟ ਸਰਵਿਸ ਹੈ ਬੈਂਕਿੰਗ। ਇਟ ਰਿਮੂਵ ਫਾਈਨੈਂਸ਼ੀਅਲ ਹਿੰਡਰੈਂਸਿਸ। ਦੇਖੋ ਹਰੇਕ ਕੰਪਨੀ ਦੇ ਅੰਦਰ ਪੈਸੇ ਦੀ ਜ਼ਰੂਰਤ ਤਾਂ ਹੈ, ਪੈਸੇ ਦੀ ਰੁਕਾਵਟ ਤਾਂ ਹੈਗੀ ਹੈ। ਹੁਣ ਉਸ ਫਾਈਨੈਂਸ਼ੀਅਲ ਰਿਕੁਆਇਰਮੈਂਟ ਨੂੰ ਪੂਰਾ ਕੌਣ ਕਰੇਗਾ? ਉਹ ਬੈਂਕਿੰਗ ਇੰਡਸਟਰੀ ਪੂਰਾ ਕਰੇਗੀ, ਕਿ ਉਹਨਾਂ ਤੋਂ ਜਿਹੜੇ ਰਿਕੁਆਇਰਡ ਡਾਕੂਮੈਂਟਸ ਹੈ ਉਹ ਲੈ ਕੇ ਉਹਨਾਂ ਨੂੰ ਲੋਨ ਵਗੈਰਾ ਪ੍ਰੋਵਾਈਡ ਕਰਨਾ, ਉਹਨਾਂ ਦੀ ਫਾਈਨੈਂਸ਼ੀਅਲ ਨੀਡ ਨੂੰ ਪੂਰਾ ਕਰਨਾ, ਵੈਦਰ ਦੈਟ ਇਜ਼ ਸ਼ਾਰਟ ਟਰਮ ਔਰ ਲੌਂਗ ਟਰਮ ਫਾਈਨੈਂਸ਼ੀਅਲ ਨੀਡ ਫੁਲਫਿਲ ਬਾਏ ਦਾ ਬੈਂਕਿੰਗ ਇੰਡਸਟਰੀ। ਥਰਡ ਸਰਵਿਸ ਹੈ ਸਾਡੀ ਇੰਸ਼ੋਰੈਂਸ। ਇੰਸ਼ੋਰੈਂਸ ਕੀ ਕਰਦਾ ਹੈ? ਇਟ ਰਿਮੂਵ ਦਾ ਹਿੰਡਰੈਂਸ ਆਫ ਰਿਸਕ। ਰਿਸਕ ਦੀ ਰੁਕਾਵਟ ਨੂੰ ਦੂਰ ਕਰਦਾ ਹੈ ਕੌਣ? ਇੰਸ਼ੋਰੈਂਸ। ਉਹ ਰਿਸਕ ਕਾਹਦਾ ਹੈ? all type of risk related to business, whether that is related to fire, marine, theft, anything। ਜੋ ਵੀ ਲਾਸ ਬਿਜ਼ਨਸ ਫੇਸ ਕਰੇਗਾ ਉਸ ਲਾਸ ਨੂੰ ਅਸੀਂ ਇੰਸ਼ੋਰੈਂਸ ਦੇ ਥਰੂ ਕੀ ਕਰ ਸਕਦੇ ਹਾਂ? ਕਵਰ ਕਰ ਸਕਦੇ ਹਾਂ। ਨੈਕਸਟ ਸਾਡੀ ਸਰਵਿਸ ਹੈ ਵੇਅਰ ਹਾਊਸਿੰਗ। ਹੁਣ ਵੇਅਰ ਹਾਊਸਿੰਗ ਕੀ ਹੈ? ਲਾਈਕ ਅਸੀਂ ਗੋਡਾਊਨ ਤਿਆਰ ਕਰ ਦਿੱਤੇ ਜਿੱਥੇ ਅਸੀਂ ਸਮਾਨ ਨੂੰ ਰੱਖਣਾ। ਸੋ ਇਹ ਹਿੰਡਰੈਂਸ ਆਫ ਟਾਈਮ ਨੂੰ ਦੂਰ ਕਰਦੀ ਹੈ, ਰੁਕਾਵਟ, ਟਾਈਮ ਦੀ ਰੁਕਾਵਟ ਨੂੰ ਦੂਰ ਕਰਦੀ ਹੈ। ਦੇਖੋ ਟਾਈਮ ਦੀ ਰੁਕਾਵਟ ਕਿਵੇਂ? ਅਗਰ ਅਸੀਂ ਸਮਾਨ ਨੂੰ ਸਟੋਰ ਨਹੀਂ ਕਰਾਂਗੇ ਤਾਂ ਕੀ ਹੋਊਗਾ? ਹੁਣ ਕਣਕ ਦਾ ਸੀਜ਼ਨ ਚੱਲ ਰਿਹਾ, ਅਗਰ ਅਸੀਂ ਕਣਕ ਨੂੰ ਕੱਟ ਕੇ ਸਟੋਰ ਨਹੀਂ ਕਰਾਂਗੇ ਤਾਂ ਕੀ ਹੋਊਗਾ? ਜਦੋਂ ਕਣਕ ਦਾ ਸੀਜ਼ਨ ਨਹੀਂ ਹੋਊਗਾ ਤਾਂ ਉਦੋਂ ਸਾਨੂੰ ਕਣਕ ਨਹੀਂ ਮਿਲੇਗੀ। ਹੁਣ ਅਸੀਂ ਸਮਾਨ ਨੂੰ ਸਟੋਰ ਕਿਉਂ ਕਰਦੇ ਹਾਂ? ਸੋ ਦੈਟ ਕਿ ਕੰਟੀਨਿਊਸ ਸਪਲਾਈ ਜਿਹੜੀ ਹੈ ਅਸੀਂ ਉੱਥੋਂ ਮਾਰਕੀਟ ਦੇ ਵਿੱਚ ਅਵੇਲੇਬਲ ਕਰਵਾਉਂਦੇ ਰਹੀਏ। ਇਸ ਕਰਕੇ ਜਿਹੜੀ ਸਟੋਰੇਜ ਹੈ ਰॉ ਮਟੀਰੀਅਲ ਦੀ ਅਤੇ ਫਿਨਿਸ਼ਡ ਪ੍ਰੋਡਕਟਸ ਦੀ ਅਸੀਂ ਕਰਦੇ ਹਾਂ, ਉਹ ਸਾਨੂੰ ਵੇਅਰ ਹਾਊਸਿੰਗ ਦੇ ਅੰਦਰ ਹੀ ਕਰਨੀ ਪੈਂਦੀ ਹੈ। ਸੋ ਇਹ ਇੰਡਸਟਰੀ ਸਾਡੀ ਇਸ ਜ਼ਰੂਰਤ ਨੂੰ ਪੂਰਾ ਕਰਦੀ ਹੈ। ਨੈਕਸਟ ਸਾਡੀ ਸਰਵਿਸ ਹੈ ਐਡਵਰਟਾਈਜ਼ਿੰਗ। ਐਡਵਰਟਾਈਜ਼ਮੈਂਟ ਅਸੀਂ ਕਰਦੇ ਹਾਂ ਕਿਸ ਚੀਜ਼ ਲਈ? ਹਿੰਡਰੈਂਸ ਆਫ ਨੌਲੇਜ ਨੂੰ ਦੂਰ ਕਰਨ ਦੇ ਲਈ। ਜੋ ਨੌਲੇਜ ਦੀ ਰੁਕਾਵਟ ਹੈ ਉਸ ਨੂੰ ਅਸੀਂ ਦੂਰ ਕਰਦੇ ਹਾਂ ਇਸ ਇੰਡਸਟਰੀ ਦੇ ਥਰੂ। ਇਟ ਪ੍ਰੋਵਾਈਡ ਇਨਫੋਰਮੇਸ਼ਨ ਟੂ ਦਾ ਕੰਜ਼ਿਊਮਰ ਅਬਾਊਟ ਦਾ ਵੇਰੀਅਸ ਪ੍ਰੋਡਕਟਸ ਐਂਡ ਸਰਵਿਸਿਜ਼।
ਕਿ ਜਿੰਨੀ ਤਰ੍ਹਾਂ ਦੇ ਜੋ ਪ੍ਰੋਡਕਟ ਹੈ, ਜੋ ਸਰਵਿਸ ਹੈ, ਉਹਦੇ ਬਾਰੇ ਕੰਜ਼ਿਊਮਰ ਨੂੰ ਅਵੇਅਰ ਕਰਨਾ, ਨੌਲੇਜ ਦੇਣੀ, ਉਸ ਨੂੰ ਐਜੂਕੇਟ ਕਰਨਾ, ਇਹ ਸਾਰਾ ਕੰਮ ਕੌਣ ਕਰਦਾ ਹੈ? ਐਡਵਰਟਾਈਜ਼ਮੈਂਟ ਕਰਦੀ ਹੈ। ਠੀਕ ਹੈ ਜੀ, ਇਹ ਸੀ ਸਾਡੀਆਂ ਟਾਈਪਸ ਆਫ ਇੰਡਸਟਰੀਜ਼ ਕਿ ਇੰਡਸਟਰੀਜ਼ ਕਿੰਨੀ ਤਰ੍ਹਾਂ ਦੀਆਂ ਹੁੰਦੀਆਂ। ਹੋਪਫੁਲੀ ਸਬਜੈਕਟਸ ਜਿਹੜਾ ਸਾਡਾ ਟੌਪਿਕ ਅੱਜ ਦਾ ਉਹ ਸਮਝ ਆ ਗਿਆ ਹੋਊਗਾ। ਛੋਟਾ ਜਿਹਾ ਟੌਪਿਕ ਸੀ ਇਹ, ਇਸ ਤੋਂ ਅਗਲਾ ਟੌਪਿਕ ਅਸੀਂ ਕਰਾਂਗੇ ਕਾਮਰਸ ਦੇ ਰਿਲੇਟਡ। So thanks for watching, keep supporting, subscribe and share the channel for the next update. Thank you.